ਰਹੱਸ ਦਾ ਸੌਖਾਕਰਨ। ਮਾਈਕਲ ਬੈਕਵਥ ਕਹਿੰਦੇ ਹੈ, ਅਸੀਂ ਜਿਸ ਬ੍ਰਹਿਮੰਡ ਵਿੱਚ ਰਹਿੰਦੇ ਹਾਂ ਉਸ ਵਿੱਚ ਗੁਰਤਾ ਵਰਗੇ ਅਟੁੱਟ ਨਿਯਮ ਕੰਮ ਕਰਦੇ ਹਨ। ਜੇਕਰ ਤੁਸੀਂ ਕਿਸੇ ਇਮਾਰਤ ਤੋਂ ਹੇਠਾਂ ਡਿੱਗਦੇ ਹੋ ਤਾਂ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਚੰਗੇ ਇਨਸਾਨ ਹੋ ਜਾਂ ਮਾੜੇ, ਤੁਸੀਂ ਜ਼ਮੀਨ ਨਾਲ ਜ਼ਰੂਰ ਟਕਰੋਗੇ। ਆਕਰਸ਼ਣ ਦਾ ਨਿਯਮ ਪ੍ਰਕਿਰਤੀ ਦਾ ਨਿਯਮ ਹੈ। ਇਹ ਗੁਰਤਾ ਦੇ ਨਿਯਮ ਜਿੰਨਾ ਹੀ ਨਿਰਪੱਖ ਤੇ ਸਰਬ ਵਿਆਪੀ ਹੈ, ਇਹ ਨਿਸ਼ਚਿਤ ਤੇ ਅਚੂਕ ਹੈ। ਡਾਕਟਰ ਜੋਬਿਟਾਲ, ਇਸ ਵੇਲੇ ਤੁਹਾਡੇ ਜੀਵਨ 'ਚ ਜਿਹੜੀਆਂ ਵੀ ਚੀਜ਼ਾਂ ਹਨ ਉਹਨਾਂ ਨੂੰ ਤੁਸੀਂ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਇਹਨਾਂ 'ਚ ਉਹ ਚੀਜ਼ਾਂ ਵੀ ਸ਼ਾਮਲ ਹਨ ਜਿਨ੍ਹਾਂ ਬਾਰੇ ਤੁਸੀਂ ਪਰੇਸ਼ਾਨ ਜਾਂ ਦੁਖੀ ਹੋ। ਮੈਂ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਹ ਗੱਲ ਤੁਹਾਨੂੰ ਚੰਗੀ ਨਹੀਂ ਲੱਗ ਰਹੀ ਹੋਵੇਗੀ। ਤੁਸੀਂ ਫੌਰਨ ਕਹਿ ਸਕਦੇ ਹੋ, ਮੈਂ ਉਸ ਕਾਰ ਐਕਸੀਡੈਂਟ ਨੂੰ ਆਕਰਸ਼ਿਤ ਨਹੀਂ ਕੀਤਾ ਸੀ। ਮੈਂ ਉਸ ਗਾਹਕ ਨੂੰ ਆਕਰਸ਼ਿਤ ਨਹੀਂ ਕੀਤਾ ਜਿਸ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ। ਮੈਂ ਕਰਜ਼ੇ ਦੇ ਪਹਾੜ ਨੂੰ ਆਕਰਸ਼ਿਤ ਨਹੀਂ ਕੀਤਾ। ਮੈਂ ਇੱਥੇ ਤੁਹਾਡੀ ਗੱਲ ਨੂੰ ਕੱਟਣੀ ਚਾਹਾਂਗਾ। ਹਾਂ, ਤੁਸੀਂ ਉਹਨਾਂ ਚੀਜ਼ਾਂ ਨੂੰ ਆਕਰਸ਼ਿਤ ਕੀਤਾ ਸੀ। ਇਸ ਸਿਧਾਂਤ ਨੂੰ ਸਮਝਣਾ ਬੜਾ ਮੁਸ਼ਕਿਲ ਹੈ, ਲੇਕਿਨ ਇੱਕ ਵਾਰੀ ਜਦੋਂ ਤੁਸੀਂ ਇਸ ਨੂੰ ਸਵੀਕਾਰ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਂਦੀ ਹੈ। ਆਮ ਕਰਕੇ ਜਦੋਂ ਲੋਕ ਰਹੱਸ ਦੇ ਇਸ ਹਿੱਸੇ ਨੂੰ ਪਹਿਲੀ ਵਾਰ ਸੁਣਦੇ ਹਨ ਤਾਂ ਉਹਨਾਂ ਨੂੰ ਇਤਿਹਾਸ ਦੀਆਂ ਇਹ ਇੱਕੋ ਜਿਹੀਆਂ ਘਟਨਾਵਾਂ ਯਾਦ ਆ ਜਾਂਦੀਆਂ ਹਨ ਜਿਨ੍ਹਾਂ 'ਚ ਬਹੁਤ ਸਾਰੇ ਲੋਕ ਇੱਕੋ ਵੇਲੇ ਮਰੇ ਸਨ। ਉਹਨਾਂ ਨੂੰ ਇਹ ਸਮਝਣ ਵਿੱਚ ਮੁਸ਼ਕਲ ਹੁੰਦੀ ਹੈ ਕਿ ਇੰਨੇ ਸਾਰੇ ਲੋਕ ਆਪਣੇ ਆਪ ਨੂੰ ਇਸ ਖਾਸ ਘਟਨਾ ਪ੍ਰਤੀ ਕਿਵੇਂ ਆਕਰਸ਼ਿਤ ਕਰ ਸਕਦੇ ਨੇ। ਲੇਕਿਨ ਆਕਰਸ਼ਣ ਦੇ ਨਿਯਮ ਮੁਤਾਬਕ ਉਹ ਯਕੀਨੀ ਘਟਨਾ ਦੀ ਫ੍ਰੀਕੁਐਂਸੀ 'ਤੇ ਹੀ ਰਹੇ ਹੋਣਗੇ। ਇਸ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਉਸ ਨਿਸ਼ਚਿਤ ਦੁਰਘਟਨਾ ਬਾਰੇ ਸੋਚਿਆ ਹੋਵੇਗਾ, ਲੇਕਿਨ ਉਹਨਾਂ ਦੇ ਵਿਚਾਰਾਂ ਦੀ ਫ੍ਰੀਕੁਐਂਸੀ ਉਸ ਘਟਨਾ ਦੀ ਫ੍ਰੀਕੁਐਂਸੀ ਨਾਲ ਮੇਲ ਖਾਂਦੀ ਹੋਵੇਗੀ। ਜੇਕਰ ਲੋਕਾਂ ਨੂੰ ਇਹ ਯਕੀਨ ਹੋਵੇ ਕਿ ਉਹ ਗਲਤ ਸਮੇਂ 'ਤੇ ਗਲਤ ਥਾਂ ਹੋ ਸਕਦੇ ਹਨ ਅਤੇ ਉਹਨਾਂ ਦਾ ਬਾਹਰਲੀ ਪਰਿਸਥਿਤੀਆਂ ਜਾਂ ਹਾਲਾਤਾਂ 'ਤੇ ਕੋਈ ਕਾਬੂ ਨਹੀਂ ਹੈ, ਤਾਂ ਡਰ, ਵੱਖਰਾਪਣ, ਕਮਜ਼ੋਰੀ ਅਤੇ ਨਿਰੰਤਰ ਵਿਚਾਰ ਉਹਨਾਂ ਨੂੰ ਗਲਤ ਸਮੇਂ 'ਤੇ ਗਲਤ ਥਾਂ ਰਹਿਣ ਲਈ ਆਕਰਸ਼ਿਤ ਕਰ ਸਕਦੇ ਹਨ। ਤੁਸੀਂ ਇਸ ਵੇਲੇ ਵਿਕਲਪ ਚੁਣ ਸਕਦੇ ਹੋ ਕਿ ਤੁਸੀਂ ਇਹ ਯਕੀਨ ਕਰਨਾ ਚਾਹੁੰਦੇ ਹੋ ਕਿ ਇਹ ਤਾਂ ਸਿਰਫ ਕਿਸਮਤ ਦੀ ਗੱਲ ਹੈ ਅਤੇ ਤੁਹਾਡੇ ਨਾਲ ਮਾੜੀਆਂ ਘਟਨਾਵਾਂ ਕਿਸੇ ਵੇਲੇ ਵੀ ਹੋ ਸਕਦੀਆਂ। ਕੀ ਤੁਸੀਂ ਇਹ ਯਕੀਨ ਕਰਨਾ ਚਾਹੁੰਦੇ ਹੋ ਕਿ ਤੁਸੀਂ ਗਲਤ ਸਮੇਂ 'ਤੇ ਗਲਤ ਜਗ੍ਹਾ 'ਤੇ ਹੋ ਸਕਦੇ ਹੋ? ਕੀ ਤੁਹਾਡਾ ਹਾਲਾਤਾਂ ਉੱਤੇ ਕੋਈ ਕੰਟਰੋਲ ਨਹੀਂ ਹੈ? ਜਾਂ ਤੁਸੀਂ ਇਹ ਯਕੀਨ ਕਰਨਾ ਤੇ ਜਾਣਨਾ ਚਾਹੁੰਦੇ ਹੋ ਕਿ ਤੁਹਾਡੀ ਤਕਦੀਰ ਤੁਹਾਡੇ ਹੱਥ 'ਚ ਹੈ ਅਤੇ ਤੁਹਾਡੀ ਜ਼ਿੰਦਗੀ ਵਿੱਚ ਸਿਰਫ ਚੰਗੀਆਂ ਚੀਜ਼ਾਂ ਆ ਸਕਦੀਆਂ ਹਨ? ਕਿਉਂਕਿ ਤੁਸੀਂ ਉਹਨਾਂ ਬਾਰੇ ਸੋਚਦੇ ਹੋ, ਤੁਹਾਡੇ ਕੋਲ ਵਿਕਲਪ ਮੌਜੂਦ ਹਨ ਅਤੇ ਤੁਸੀਂ ਜੋ ਸੋਚਣ ਦੀ ਚੋਣ ਕਰੋਗੇ ਉਹੀ ਤੁਹਾਡੇ ਜੀਵਨ ਦਾ ਅਨੁਭਵ ਬਣ ਜਾਵੇਗਾ। ਕੋਈ ਵੀ ਚੀਜ਼ ਤੁਹਾਡੇ ਕੋਲ ਉਦੋਂ ਤੱਕ ਨਹੀਂ ਆ ਸਕਦੀ ਜਦੋਂ ਤੱਕ ਤੁਸੀਂ ਲਗਾਤਾਰ ਸੋਚ ਕੇ ਉਸ ਨੂੰ ਆਪਣੇ ਕੋਲ ਨਾ ਬੁਲਾਓ। ਬੌਬ ਡੋਜਲ ਕੀ ਕਹਿੰਦੇ ਹੈ, ਸਾਡੇ ਤੋਂ ਜ਼ਿਆਦਾਤਰ ਲੋਕ ਬਿਨਾਂ ਸੋਚੇ ਸਮਝੇ ਘਟਨਾਵਾਂ ਨੂੰ ਆਕਰਸ਼ਿਤ ਕਰਦੇ ਨੇ। ਅਸੀਂ ਸੋਚਦੇ ਹਾਂ ਕਿ ਸਾਡਾ ਇਸ 'ਤੇ ਕੋਈ ਕੰਟਰੋਲ ਨਹੀਂ। ਸਾਡੇ ਵਿਚਾਰ ਅਤੇ ਭਾਵਨਾਵਾਂ ਸਾਡੀ ਜਾਣਕਾਰੀ ਦੇ ਬਿਨਾਂ ਸਾਨੂੰ ਰਾਹ ਦਿਖਾਉਂਦੇ ਹਨ ਅਤੇ ਹਰ ਚੀਜ਼ ਸਾਡੇ ਵੱਲ ਖਿੱਚ ਵੱਲ ਆਉਂਦੀ ਹੈ। ਕੋਈ ਵੀ ਜਾਣ ਬੁੱਝ ਕੇ ਕਦੇ ਕਿਸੇ ਅਣਚਾਹੀ ਚੀਜ਼ ਨੂੰ ਆਕਰਸ਼ਿਤ ਨਹੀਂ ਕਰੇਗਾ। ਰਹੱਸ ਜਾਣਨ ਤੋਂ ਬਾਅਦ ਤੁਸੀਂ ਇਹ ਆਸਾਨੀ ਨਾਲ ਸਮਝ ਸਕਦੇ ਹੋ ਕਿ ਤੁਹਾਡੇ ਜਾਂ ਦੂਜੇ ਲੋਕਾਂ ਦੇ ਜੀਵਨ 'ਚ ਕੁਝ ਅਣਚਾਹੀ ਚੀਜ਼ਾਂ ਹੋਈਆਂ ਹੋਣਗੀਆਂ, ਸਿਰਫ ਇਸ ਲਈ ਕਿਉਂਕਿ ਅਸੀਂ ਆਪਣੇ ਵਿਚਾਰਾਂ ਦੀ ਮਹਾਨ ਰਚਨਾਤਮਕ ਸ਼ਕਤੀ ਤੋਂ ਅਣਜਾਣ ਸੀ। ਡਾਕਟਰ ਜੋਬਿਟਾਲ, ਜੇਕਰ ਤੁਸੀਂ ਇਹ ਪਹਿਲੀ ਵਾਰ ਸੁਣ ਰਹੇ ਹੋ ਤਾਂ ਤੁਹਾਨੂੰ ਇੰਝ ਲੱਗ ਸਕਦਾ ਹੈ, ਠੀਕ ਹੈ, ਤਾਂ ਇਸ ਦਾ ਮਤਲਬ ਇਹ ਕਿ ਮੈਨੂੰ ਆਪਣੇ ਵਿਚਾਰਾਂ ਦੀ ਨਿਗਰਾਨੀ ਕਰਨੀ ਹੋਵੇਗੀ। ਇਹ ਤਾਂ ਬੜਾ ਮੁਸ਼ਕਿਲ ਕੰਮ ਹੈ। ਇੰਝ ਪਹਿਲੀ ਵਾਰ ਲੱਗ ਸਕਦਾ ਹੈ, ਲੇਕਿਨ ਇੱਥੋਂ ਹੀ ਮਜ਼ਾ ਸ਼ੁਰੂ ਹੁੰਦਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਰਹੱਸ ਦੇ ਕਈ ਸ਼ਾਰਟਕਟ ਹਨ ਅਤੇ ਤੁਸੀਂ ਇਹੋ ਜਿਹੇ ਸ਼ਾਰਟਕਟ ਨੂੰ ਚੁਣ ਸਕਦੇ ਹੋ ਜਿਹੜਾ ਤੁਹਾਡੇ ਲਈ ਸਭ ਤੋਂ ਚੰਗੀ ਤਰ੍ਹਾਂ ਕੰਮ ਕਰਦਾ ਹੈ। ਅੱਗੇ ਪੜ੍ਹਦੇ ਰਹੋ, ਤੁਹਾਨੂੰ ਇਸ ਦਾ ਤਰੀਕਾ ਸਮਝ 'ਚ ਆ ਜਾਵੇਗਾ। ਮਾਰਸ਼ੀ ਕੀ ਕਹਿੰਦੇ ਹੈ, ਦਿਮਾਗ 'ਚ ਆਉਣ ਵਾਲੇ ਹਰੇਕ ਵਿਚਾਰ ਦੀ ਨਿਗਰਾਨੀ ਕਰਨੀ ਅਸੰਭਵ ਹੈ। ਰਿਸਰਚ ਕਰਨ ਵਾਲੇ ਦੱਸਦੇ ਹਨ ਕਿ ਸਾਡੇ ਦਿਮਾਗ ਵਿੱਚ ਹਰ ਦਿਨ 60,000 ਵਿਚਾਰ ਆਉਂਦੇ ਹਨ। ਜੇਕਰ ਦਿਮਾਗ 'ਚ ਆਉਣ ਵਾਲੇ 60,000 ਵਿਚਾਰਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸੋਚੋ ਕਿ ਤੁਸੀਂ ਕਿੰਨਾ ਥੱਕ ਜਾਵੋਗੇ। ਖੁਸ਼ਕਿਸਮਤੀ ਨਾਲ ਇੱਕ ਜ਼ਿਆਦਾ ਸੌਖਾ ਤਰੀਕਾ ਹੈ। ਭਾਵਨਾਵਾਂ ਸਾਡੀਆਂ ਭਾਵਨਾਵਾਂ ਸਾਨੂੰ ਦੱਸ ਦਿੰਦੀਆਂ ਹਨ ਕਿ ਅਸੀਂ ਕੀ ਸੋਚ ਰਹੇ ਹਾਂ। ਭਾਵਨਾਵਾਂ ਬਹੁਤ ਮਹੱਤਵਪੂਰਨ ਹੁੰਦੀਆਂ ਹਨ।
ਤੁਹਾਡੀਆਂ ਭਾਵਨਾਵਾਂ ਤੁਹਾਡੇ ਜੀਵਨ ਦੇ ਨਿਰਵਾਣ 'ਚ ਤੁਹਾਡੀ ਮਦਦ ਕਰ ਸਕਦੀਆਂ ਹਨ। ਇਸ ਟੀਚੇ ਨੂੰ ਪਾਉਣ ਲਈ ਉਹਨਾਂ ਤੋਂ ਹੋਰ ਵਧੀਆ ਸਾਧਨ ਦੂਜਾ ਨਹੀਂ। ਤੁਹਾਡੇ ਵਿਚਾਰ ਹਰ ਘਟਨਾ ਦਾ ਮੁੱਢਲਾ ਕਾਰਨ ਹੈ। ਇਸ ਦੁਨੀਆ ਦੀ ਦਿਖਣ ਤੇ ਅਨੁਭਵ ਕੀਤੀ ਜਾਣ ਵਾਲੀ ਹਰ ਚੀਜ਼ ਨਤੀਜਾ ਹੈ ਅਤੇ ਇਸ ਵਿੱਚ ਤੁਹਾਡੀਆਂ ਭਾਵਨਾਵਾਂ ਸ਼ਾਮਲ ਹਨ। ਕਾਰਨ ਹਮੇਸ਼ਾ ਤੁਹਾਡੇ ਵਿਚਾਰ ਹਨ। ਬੌਬ ਡੋਜਲ, ਭਾਵਨਾਵਾਂ ਅਵਿਸ਼ਵਨੀ ਤੋਹਫੇ ਹਨ। ਉਹ ਸਾਨੂੰ ਦੱਸ ਦਿੰਦੀਆਂ ਹਨ ਕਿ ਅਸੀਂ ਕੀ ਸੋਚ ਰਹੇ ਹਾਂ। ਤੁਹਾਡੀਆਂ ਭਾਵਨਾਵਾਂ ਤੁਹਾਨੂੰ ਫੌਰਨ ਦੱਸ ਦਿੰਦੀਆਂ ਕਿ ਤੁਸੀਂ ਕੀ ਸੋਚ ਰਹੇ ਹੋ। ਉਸ ਵੇਲੇ ਨੂੰ ਯਾਦ ਕਰੋ ਜਦੋਂ ਤੁਹਾਡੀਆਂ ਭਾਵਨਾਵਾਂ ਅਚਨਚੇਤ ਗੋਤੇ ਖਾਣ ਲੱਗੀਆਂ ਸਨ। ਇੰਜ ਸ਼ਾਇਦ ਉਦੋਂ ਹੋਇਆ ਹੋਵੇਗਾ ਜਦੋਂ ਤੁਸੀਂ ਕੋਈ ਬੁਰੀ ਖਬਰ ਸੁਣੀ ਸੀ। ਤੁਹਾਡੇ ਢਿੱਡ ਜਾਂ ਸੋਲਰ ਫਲੈਕਸ 'ਚ ਅਚਨਚੇਤ ਬੁਰਾ ਅਹਿਸਾਸ ਹੋਇਆ ਸੀ। ਤੁਹਾਡੀਆਂ ਭਾਵਨਾਵਾਂ ਤੁਹਾਨੂੰ ਫੌਰਨ ਇਸ਼ਾਰਾ ਭੇਜ ਦਿੰਦੀਆਂ ਕਿ ਤੁਸੀਂ ਕੀ ਸੋਚ ਰਹੇ ਹੋ, ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ। ਇਸ 'ਤੇ ਗੌਰ ਕਰਨਾ ਸਿੱਖੋ, ਇਸ਼ਾਰਿਆਂ ਨੂੰ ਪੜ੍ਹਨਾ ਸਿੱਖੋ, ਕਿਉਂਕਿ ਇਸੇ ਤਰੀਕੇ ਨਾਲ ਤੁਸੀਂ ਸਭ ਤੋਂ ਛੇਤੀ ਇਹ ਜਾਣ ਸਕਦੇ ਹੋ ਕਿ ਤੁਸੀਂ ਕੀ ਸੋਚ ਰਹੇ ਹੋ। ਲੀਸਾ ਨਿਕੋਲਸ ਕਹਿੰਦੀ ਹੈ, ਤੁਹਾਡੇ ਕੋਲ ਦੋ ਤਰ੍ਹਾਂ ਦੀਆਂ ਭਾਵਨਾਵਾਂ ਹੁੰਦੀਆਂ, ਚੰਗੀਆਂ ਭਾਵਨਾਵਾਂ ਅਤੇ ਮਾੜੀਆਂ ਭਾਵਨਾਵਾਂ। ਤੁਸੀਂ ਦੋਨਾਂ ਦੇ ਫਰਕ ਨੂੰ ਜਾਣਦੇ ਹੋ ਕਿਉਂਕਿ ਇਸ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ ਅਤੇ ਦੂਜੀ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਤੁਹਾਨੂੰ ਮਾੜਾ ਮਹਿਸੂਸ ਹੁੰਦਾ ਹੈ। ਡਿਪਰੈਸ਼ਨ, ਗੁੱਸਾ, ਈਰਖਾ, ਇਹੋ ਜਿਹੀ ਭਾਵਨਾਵਾਂ ਜਿਹੜੀਆਂ ਤੁਹਾਨੂੰ ਮਹਿਸੂਸ ਹੁੰਦੀਆਂ ਹਨ ਉਹ ਮਾੜੀਆਂ ਭਾਵਨਾਵਾਂ ਹਨ। ਕੋਈ ਵੀ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ ਜਾਂ ਮਾੜਾ। ਸਿਰਫ ਤੁਸੀਂ ਹੀ ਜਾਣਦੇ ਹੋ ਕਿ ਤੁਸੀਂ ਕਿਸੇ ਵੇਲੇ ਕੀ ਮਹਿਸੂਸ ਕਰ ਰਹੇ ਹੋ। ਜੇਕਰ ਤੁਹਾਨੂੰ ਯਕੀਨ ਨਹੀਂ ਹੈ ਕਿ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਤਾਂ ਬਸ ਆਪਣੇ ਆਪ ਨੂੰ ਇਹ ਪੁੱਛ ਲਵੋ, ਮੈਂ ਕਿੰਜ ਤਰ੍ਹਾਂ ਮਹਿਸੂਸ ਕਰ ਰਿਹਾ ਹਾਂ। ਤੁਸੀਂ ਦਿਨ 'ਚ ਕਈ ਵਾਰੀ ਇਹ ਸਵਾਲ ਪੁੱਛ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਇਸ ਬਾਰੇ ਜ਼ਿਆਦਾ ਜਾਗਰੂਕ ਹੋਵੋਗੇ ਕਿ ਤੁਸੀਂ ਕਿੰਜ ਮਹਿਸੂਸ ਕਰ ਰਹੇ ਹੋ। ਤੁਹਾਡੇ ਲਈ ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਮਾੜਾ ਮਹਿਸੂਸ ਕਰਨ ਵੇਲੇ ਦਿਮਾਗ 'ਚ ਚੰਗੇ ਵਿਚਾਰ ਰੱਖਣੇ ਅਸੰਭਵ ਹੁੰਦੇ ਹਨ। ਇਹ ਗੱਲ ਤਾਂ ਨਿਯਮ ਦੇ ਖਿਲਾਫ ਹੋਵੇਗੀ ਕਿਉਂਕਿ ਤੁਹਾਡੇ ਵਿਚਾਰ ਹੀ ਤੁਹਾਡੀਆਂ ਭਾਵਨਾਵਾਂ ਨੂੰ ਪੈਦਾ ਕਰਦੇ ਹਨ। ਜੇਕਰ ਤੁਸੀਂ ਬੁਰਾ ਮਹਿਸੂਸ ਕਰ ਰਹੇ ਹੋ ਤਾਂ ਇਸ ਲਈ ਕਰ ਰਹੇ ਹੋ ਕਿਉਂਕਿ ਤੁਸੀਂ ਇਹੋ ਜਿਹੇ ਵਿਚਾਰ ਸੋਚ ਰਹੇ ਹੋ ਜਿਹੜੇ ਤੁਹਾਨੂੰ ਬੁਰਾ ਮਹਿਸੂਸ ਕਰਾ ਰਹੇ ਹਨ। ਤੁਹਾਡੇ ਵਿਚਾਰ ਤੁਹਾਡੀ ਫ੍ਰੀਕੁਐਂਸੀ ਤੈਅ ਕਰਦੇ ਹੈ। ਤੁਹਾਡੀਆਂ ਭਾਵਨਾਵਾਂ ਤੁਹਾਨੂੰ ਤੁਰੰਤ ਦੱਸ ਦਿੰਦੀਆਂ ਕਿ ਤੁਸੀਂ ਕਿਸ ਫ੍ਰੀਕੁਐਂਸੀ 'ਤੇ ਹੋ। ਜਦੋਂ ਤੁਸੀਂ ਮਾੜਾ ਮਹਿਸੂਸ ਕਰਦੇ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਮਾੜੀਆਂ ਚੀਜ਼ਾਂ ਨੂੰ ਆਕਰਸ਼ਿਤ ਕਰਨ ਦੀ ਫ੍ਰੀਕੁਐਂਸੀ 'ਤੇ ਹੋ। ਆਕਰਸ਼ਣ ਦਾ ਨਿਯਮ ਹਮੇਸ਼ਾ ਪ੍ਰਤੀਕਿਰਿਆ ਕਰੇਗਾ ਅਤੇ ਮਾੜੀਆਂ ਚੀਜ਼ਾਂ ਦੀਆਂ ਜ਼ਿਆਦਾ ਤਸਵੀਰਾਂ ਤੁਹਾਡੇ ਜੀਵਨ 'ਚ ਲਿਆਵੇਗਾ ਜਿਸ ਨਾਲ ਤੁਸੀਂ ਮਾੜਾ ਮਹਿਸੂਸ ਕਰੋਗੇ। ਜਦੋਂ ਤੁਸੀਂ ਮਾੜਾ ਮਹਿਸੂਸ ਕਰਦੇ ਹੋ ਅਤੇ ਆਪਣੇ ਵਿਚਾਰਾਂ ਨੂੰ ਬਦਲਣ ਜਾਂ ਬਿਹਤਰ ਮਹਿਸੂਸ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਤੁਸੀਂ ਦਰਅਸਲ ਕਹਿ ਰਹੇ ਹੋ, ਮੇਰੇ ਜੀਵਨ 'ਚ ਇਹੋ ਜਿਹੀਆਂ ਹੋਰ ਪਰਿਸਥਿਤੀਆਂ ਲਿਆਵੋ ਜਿਨ੍ਹਾਂ ਨਾਲ ਮੈਨੂੰ ਮਾੜਾ ਮਹਿਸੂਸ ਹੋਵੇ, ਉਹਨਾਂ ਨੂੰ ਮੇਰੇ ਕੋਲ ਲਿਆਵੋ। ਲੀਸਾ ਨਿਕੋਲਸ ਕਹਿੰਦੀ ਹੈ, ਇਸ ਦਾ ਦੂਜਾ ਪਹਿਲੂ ਇਹ ਹੈ ਕਿ ਤੁਹਾਡੇ ਕੋਲ ਚੰਗੇ ਭਾਵ ਅਤੇ ਭਾਵਨਾਵਾਂ ਵੀ ਹਨ। ਤੁਹਾਨੂੰ ਇਹਨਾਂ ਦੇ ਆਉਣ ਦਾ ਪਤਾ ਚੱਲ ਜਾਂਦਾ ਹੈ ਕਿਉਂਕਿ ਇਹਨਾਂ ਨਾਲ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ। ਉਤਸ਼ਾਹ, ਖੁਸ਼ੀ, ਸ਼ੁਕਰਗੁਜ਼ਾਰੀ, ਪ੍ਰੇਮ। ਕਾਸ਼ ਅਸੀਂ ਹਰ ਦਿਨ ਇਹੀ ਮਹਿਸੂਸ ਕਰ ਸਕੀਏ। ਜਦੋਂ ਤੁਸੀਂ ਚੰਗੀਆਂ ਭਾਵਨਾਵਾਂ ਦਾ ਜਸ਼ਨ ਮਨਾਉਂਦੇ ਹੋ ਤਾਂ ਤੁਸੀਂ ਆਪਣੇ ਵੱਲ ਹੋਰ ਜ਼ਿਆਦਾ ਚੰਗੀਆਂ ਭਾਵਨਾਵਾਂ ਅਤੇ ਚੀਜ਼ਾਂ ਨੂੰ ਆਕਰਸ਼ਿਤ ਕਰਦੇ ਹੋ ਜਿਨ੍ਹਾਂ ਨਾਲ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ। ਬੌਬ ਡੋਜਲ ਕਹਿੰਦੇ ਆ, ਇਹ ਸੱਚੀ ਬਹੁਤ ਸੌਖਾ ਹੈ। ਮੈਂ ਇਸ ਵਕਤ ਆਪਣੇ ਵੱਲ ਕਿਸ ਨੂੰ ਆਕਰਸ਼ਿਤ ਕਰ ਰਿਹਾ ਹਾਂ। ਹੁਣ ਦੱਸੋ ਤੁਸੀਂ ਕਿੰਜ ਮਹਿਸੂਸ ਕਰਦੇ ਹੋ। ਮੈਂ ਚੰਗਾ ਮਹਿਸੂਸ ਕਰਦਾ ਹਾਂ। ਬਹੁਤ ਵਧੀਆ ਗੱਲ ਹੈ, ਇੰਜ ਹੀ ਮਹਿਸੂਸ ਕਰਦੇ ਰਹੋ। ਚੰਗਾ ਮਹਿਸੂਸ ਕਰਨ ਵੇਲੇ ਨਕਾਰਾਤਮਕ ਵਿਚਾਰ ਸੋਚਣੇ ਅਸੰਭਵ ਹਨ। ਜੇਕਰ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ ਤਾਂ ਇੰਜ ਇਸ ਲਈ ਹੈ ਕਿਉਂਕਿ ਤੁਸੀਂ ਚੰਗੇ ਵਿਚਾਰ ਸੋਚ ਰਹੇ ਹੋ। ਦੇਖੋ, ਤੁਸੀਂ ਜੀਵਨ 'ਚ ਜੋ ਚਾਹੇ ਉਹ ਪਾ ਸਕਦੇ ਹੋ। ਇਸ ਦੀ ਕੋਈ ਹੱਦ ਨਹੀਂ, ਸਿਰਫ ਇੱਕ ਪੇਚ ਹੈ, ਤੁਹਾਨੂੰ ਚੰਗਾ ਮਹਿਸੂਸ ਕਰਨਾ ਹੋਵੇਗਾ। ਜਰਾ ਸੋਚੋ, ਦਰਅਸਲ ਤੁਸੀਂ ਇਹੀ ਤਾਂ ਚਾਹੁੰਦੇ ਹੋ। ਨਿਯਮ ਸੱਚਮੁੱਚ ਆਦਰਸ਼ ਹੈ। ਮਾਰਸੀ ਕੀ ਕਹਿੰਦਾ ਹੈ, ਜੇਕਰ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਇਹੋ ਜਿਹੇ ਭਵਿੱਖ ਦਾ ਨਿਰਮਾਣ ਕਰ ਰਹੇ ਹੋ ਜਿਹੜਾ ਤੁਹਾਡੀਆਂ ਇੱਛਾਵਾਂ ਦੇ ਅਨੁਰੂਪ ਹੈ। ਜੇਕਰ ਤੁਸੀਂ ਮਾੜਾ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਇਹੋ ਜਿਹੇ ਭਵਿੱਖ ਦਾ ਨਿਰਮਾਣ ਕਰ ਰਹੇ ਹੋ ਜਿਹੜਾ ਤੁਹਾਡੀਆਂ ਆਸਾਂ ਦੇ ਵਿਪਰੀਤ ਹੈ। ਆਕਰਸ਼ਣ ਦਾ ਨਿਯਮ ਹਰ ਦਿਨ ਹਰ ਪਲ ਕੰਮ ਕਰਦਾ ਹੈ। ਅਸੀਂ ਜੋ ਕੁਝ ਵੀ ਸੋਚਦੇ ਹਾਂ, ਮਹਿਸੂਸ ਕਰਦੇ ਹਾਂ, ਉਹ ਸਾਡੇ ਭਵਿੱਖ ਦਾ ਨਿਰਮਾਣ ਹੈ। ਜੇਕਰ ਤੁਸੀਂ ਫਿਕਰਮੰਦ ਜਾਂ ਡਰੇ ਹੋਏ ਹੋ
ਤਾਂ ਤੁਸੀਂ ਆਪਣੇ ਜੀਵਨ 'ਚ ਇਹੋ ਜਿਹੀਆਂ ਘਟਨਾਵਾਂ ਨੂੰ ਸੱਦਾ ਦੇ ਰਹੇ ਹੋ ਜਿਹੜੀਆਂ ਤੁਹਾਨੂੰ ਚਿੰਤਤ ਜਾਂ ਡਰਾਉਣ। ਜੇਕਰ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਚੰਗੇ ਵਿਚਾਰ ਸੋਚ ਰਹੇ ਹੋ, ਤੁਸੀਂ ਸਹੀ ਰਾਹ 'ਤੇ ਹੋ ਅਤੇ ਚੰਗੀ ਫ੍ਰੀਕੁਐਂਸੀ ਭੇਜ ਰਹੇ ਹੋ ਜਿਹੜੀ ਤੁਹਾਡੇ ਵੱਲ ਜ਼ਿਆਦਾ ਚੰਗੀਆਂ ਚੀਜ਼ਾਂ ਨੂੰ ਆਕਰਸ਼ਿਤ ਕਰ ਰਹੀ ਹੈ। ਜੇਕਰ ਤੁਸੀਂ ਚੰਗਾ ਮਹਿਸੂਸ ਕਰੋਗੇ, ਚੰਗਾ ਮਹਿਸੂਸ ਕਰਨ ਨਾਲ ਚੰਗਾ ਤੁਹਾਡੇ ਵਿਚਾਰ ਆਉਣਗੇ, ਚੰਗੀਆਂ ਚੀਜ਼ਾਂ ਆਉਣਗੀਆਂ, ਤਾਂ ਉਹਨਾਂ ਘੜੀਆਂ ਨੂੰ ਜੱਫੀ ਪਾ ਲਓ, ਉਹਨਾਂ ਦਾ ਦੌਣ ਕਰੋ। ਇਹ ਜਾਣ ਲਓ ਕਿ ਚੰਗਾ ਮਹਿਸੂਸ ਕਰਨ ਵੇਲੇ ਤੁਸੀਂ ਜ਼ਿਆਦਾ ਚੰਗੀਆਂ ਚੀਜ਼ਾਂ ਨੂੰ ਪ੍ਰਬਲਤਾ ਨਾਲ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੋ। ਆਓ ਹੁਣ ਇੱਕ ਕਦਮ ਅੱਗੇ ਚੱਲੀਏ। ਕਿਤੇ ਇੰਜ ਤਾਂ ਨਹੀਂ ਕਿ ਬ੍ਰਹਿਮੰਡ ਦੀਆਂ ਭਾਵਨਾਵਾਂ ਰਾਹੀਂ ਤੁਹਾਨੂੰ ਇਹ ਸੰਦੇਸ਼ ਦੇ ਰਿਹਾ ਹੋਵੇ ਕਿ ਤੁਸੀਂ ਕੀ ਸੋਚ ਰਹੇ ਹੋ। ਜੈਕ ਕੈਨਫੀਲਡ। ਸਾਡੀਆਂ ਭਾਵਨਾਵਾਂ ਸਾਨੂੰ ਇਸ ਗੱਲ ਦਾ ਫੀਡਬੈਕ ਦਿੰਦੀਆਂ ਹਨ ਕਿ ਅਸੀਂ ਸਹੀ ਰਾਹ 'ਤੇ ਹਾਂ ਜਾਂ ਨਹੀਂ, ਅਸੀਂ ਸਹੀ ਦਿਸ਼ਾ ਵਿੱਚ ਜਾ ਰਹੇ ਹਾਂ ਜਾਂ ਨਹੀਂ। ਯਾਦ ਰੱਖੋ, ਤੁਹਾਡੇ ਵਿਚਾਰ ਹਰ ਚੀਜ਼ ਦਾ ਮੁੱਢਲਾ ਕਾਰਨ ਹੈ। ਇਸ ਲਈ ਜਦੋਂ ਤੁਸੀਂ ਕਿਸੇ ਵਿਚਾਰ ਨੂੰ ਲਗਾਤਾਰ ਸੋਚਦੇ ਹੋ ਤਾਂ ਉਹ ਤੁਰੰਤ ਬ੍ਰਹਿਮੰਡ 'ਚ ਪੁੱਜ ਜਾਂਦਾ ਹੈ। ਇਹ ਵਿਚਾਰ ਚੁੰਬਕ ਵਾਂਗ ਆਪਣੇ ਸਮਾਨ ਫ੍ਰੀਕੁਐਂਸੀ ਨਾਲ ਜੁੜ ਜਾਂਦਾ ਹੈ ਅਤੇ ਕੁਝ ਹੀ ਘੜੀਆਂ ਅੰਦਰ ਤੁਹਾਡੀਆਂ ਭਾਵਨਾਵਾਂ ਦੁਆਰਾ ਉਸ ਫ੍ਰੀਕੁਐਂਸੀ ਦੀ ਰੀਡਿੰਗ ਤੁਹਾਨੂੰ ਮਿਲ ਜਾਂਦੀ ਹੈ। ਇਸ ਨੂੰ ਦੂਜੇ ਤਰੀਕੇ ਨਾਲ ਕਹੀਏ ਤਾਂ ਬ੍ਰਹਿਮੰਡ ਤੁਹਾਡੀਆਂ ਭਾਵਨਾਵਾਂ ਰਾਹੀਂ ਤੁਹਾਨੂੰ ਇਹ ਦੱਸ ਦਿੰਦਾ ਹੈ ਕਿ ਤੁਸੀਂ ਉਸ ਵੇਲੇ ਕਿਸ ਫ੍ਰੀਕੁਐਂਸੀ 'ਤੇ ਹੋ। ਤੁਹਾਡੀਆਂ ਭਾਵਨਾਵਾਂ ਤੁਹਾਡਾ ਫ੍ਰੀਕੁਐਂਸੀ ਫੀਡਬੈਕ ਮੈਕੈਨਿਜ਼ਮ ਹੈ। ਜਦੋਂ ਤੁਸੀਂ ਚੰਗਾ ਮਹਿਸੂਸ ਕਰਦੇ ਹੋ ਤਾਂ ਬ੍ਰਹਿਮੰਡ ਤੋਂ ਆਉਣ ਵਾਲਾ ਸੰਚਾਰ ਦੱਸਦਾ ਹੈ ਤੁਸੀਂ ਚੰਗੇ ਵਿਚਾਰ ਸੋਚ ਰਹੇ ਹੋ। ਇਸੇ ਤਰ੍ਹਾਂ ਜਦੋਂ ਤੁਸੀਂ ਮਾੜਾ ਮਹਿਸੂਸ ਕਰਦੇ ਹੋ ਤਾਂ ਬ੍ਰਹਿਮੰਡ ਤੋਂ ਆਉਣ ਵਾਲਾ ਸੰਚਾਰ ਦੱਸਦਾ ਹੈ ਤੁਸੀਂ ਮਾੜੇ ਵਿਚਾਰ ਸੋਚ ਰਹੇ ਹੋ। ਜੇਕਰ ਤੁਸੀਂ ਇਸ ਵਕਤ ਬੁਰਾ ਮਹਿਸੂਸ ਕਰ ਰਹੇ ਹੋ ਤਾਂ ਬ੍ਰਹਿਮੰਡ ਤੋਂ ਆਉਣ ਵਾਲਾ ਸੁਨੇਹਾ ਦਰਅਸਲ ਇਹ ਕਹਿ ਰਿਹਾ ਹੈ, ਖਬਰਦਾਰ, ਆਪਣੇ ਵਿਚਾਰਾਂ ਨੂੰ ਤੁਰੰਤ ਬਦਲੋ। ਨਕਾਰਾਤਮਕ ਫ੍ਰੀਕੁਐਂਸੀ ਦਰਜ ਹੋਈ ਹੈ, ਫ੍ਰੀਕੁਐਂਸੀ ਬਦਲੋ। ਪੁਸ਼ਟੀਕਰਨ ਦੀ ਤਿਆਰੀ ਆਰੰਭ ਹੋ ਚੁੱਕੀ ਹੈ, ਖਬਰਦਾਰ। ਅਗਲੀ ਵਾਰ ਜਦੋਂ ਤੁਸੀਂ ਬੁਰਾ ਮਹਿਸੂਸ ਕਰੋ ਜਾਂ ਕੋਈ ਨਕਾਰਾਤਮਕ ਭਾਵ ਮਹਿਸੂਸ ਕਰੋ ਤਾਂ ਬ੍ਰਹਿਮੰਡ ਦੁਆਰਾ ਭੇਜੇ ਗਏ ਸੰਕੇਤਾਂ 'ਤੇ ਧਿਆਨ ਦਿਓ। ਉਸ ਵੇਲੇ ਤੁਸੀਂ ਨਕਾਰਾਤਮਕ ਫ੍ਰੀਕੁਐਂਸੀ 'ਤੇ ਹੋ ਅਤੇ ਆਪਣੀ ਭਲਾਈ ਦੇ ਰਾਹ 'ਚ ਆਪ ਰੁਕਾਵਟਾਂ ਖੜੀਆਂ ਕਰ ਰਹੇ ਹੋ। ਆਪਣੇ ਵਿਚਾਰਾਂ ਨੂੰ ਬਦਲ ਲਓ ਅਤੇ ਕਿਸੇ ਚੰਗੀ ਚੀਜ਼ ਬਾਰੇ ਸੋਚੋ। ਜੇਕਰ ਤੁਹਾਨੂੰ ਚੰਗਾ ਮਹਿਸੂਸ ਹੋਣ ਲੱਗੇ ਤਾਂ ਤੁਸੀਂ ਜਾਣ ਜਾਵੋਗੇ ਕਿ ਤੁਸੀਂ ਫ੍ਰੀਕੁਐਂਸੀ ਬਦਲ ਕੇ ਨਵੀਂ ਫ੍ਰੀਕੁਐਂਸੀ ਉੱਪਰ ਪਹੁੰਚ ਗਏ ਹੋ ਅਤੇ ਬ੍ਰਹਿਮੰਡ ਨੇ ਬਿਹਤਰ ਭਾਵਨਾਵਾਂ ਪਹੁੰਚਾ ਕੇ ਇਸ ਦੀ ਤਾਇਦ ਕਰ ਦਿੱਤੀ ਹੈ। ਬਾਬ ਡੋਜ਼ਲ ਕੀ ਕਹਿੰਦੇ ਆ, ਤੁਹਾਨੂੰ ਠੀਕ ਉਹੀ ਮਿਲ ਰਿਹਾ ਹੈ ਜਿਸ ਬਾਰੇ ਤੁਸੀਂ ਮਹਿਸੂਸ ਕਰ ਰਹੇ ਹੋ, ਉਹ ਨਹੀਂ ਜਿਸ ਬਾਰੇ ਤੁਸੀਂ ਸੋਚ ਰਹੇ ਹੋ। ਇਸ ਲਈ ਘਟਨਾਵਾਂ ਵਾਰ-ਵਾਰ ਹੁੰਦੀਆਂ ਹਨ। ਜੇਕਰ ਸਵੇਰੇ ਸਵੇਰੇ ਬਿਸਤਰੇ ਤੋਂ ਉਤਰਨ ਵੇਲੇ ਕਿਸੇ ਦੇ ਅੰਗੂਠੇ 'ਚ ਸੱਟ ਵੱਜ ਜਾਂਦੀ ਹੈ ਤਾਂ ਸਾਰਾ ਦਿਨ ਇਸੇ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਉਸ ਵਿਅਕਤੀ ਨੂੰ ਥੋੜ੍ਹਾ ਜਿਹਾ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਆਪਣੀਆਂ ਭਾਵਨਾਵਾਂ 'ਚ ਥੋੜ੍ਹਾ ਜਿਹਾ ਬਦਲਾਅ ਕਰਕੇ ਉਹ ਆਪਣੇ ਸਾਰੇ ਦਿਨ, ਆਪਣੇ ਸਾਰੀ ਜ਼ਿੰਦਗੀ ਬਦਲ ਸਕਦਾ ਹੈ। ਜੇਕਰ ਤੁਹਾਡਾ ਦਿਨ ਚੰਗਾ ਸ਼ੁਰੂ ਹੁੰਦਾ ਹੈ ਅਤੇ ਉਹ ਤੁਸੀਂ ਸੁਖਮਈ ਭਾਵਨਾਵਾਂ ਮਹਿਸੂਸ ਕਰਦੇ ਹੋ ਤਾਂ ਜਦੋਂ ਤੱਕ ਤੁਸੀਂ ਕਿਸੇ ਚੀਜ਼ ਨੂੰ ਆਪਣਾ ਮੂਡ ਬਦਲਣ ਦੀ ਇਜਾਜ਼ਤ ਨਾ ਦਿਓ, ਉਦੋਂ ਤੱਕ ਤੁਸੀਂ ਆਕਰਸ਼ਣ ਦੇ ਨਿਯਮ ਦੁਆਰਾ ਉਸੇ ਤਰ੍ਹਾਂ ਦੀਆਂ ਹੋਰ ਸਥਿਤੀਆਂ ਅਤੇ ਲੋਕਾਂ ਨੂੰ ਆਕਰਸ਼ਿਤ ਕਰਦੇ ਰਹੋਗੇ ਜਿਹੜੇ ਉਹਨਾਂ ਸੁਖਮਈ ਭਾਵਨਾਵਾਂ ਨੂੰ ਕਾਇਮ ਰੱਖਣਗੇ। ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਇਹੋ ਜਿਹੇ ਦਿਨ ਜਾਂ ਸਮਾਂ ਆਉਣਗੇ ਜਦੋਂ ਇੱਕ ਤੋਂ ਬਾਅਦ ਇੱਕ ਕਈ ਚੀਜ਼ਾਂ ਗੜਬੜ ਹੋਣ, ਭਾਵੇਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਇਆ ਹੋਵੇ ਜਾਂ ਨਾ। ਇਹ ਲੜੀਬੱਧ ਪ੍ਰਤੀਕਿਰਿਆ ਸਿਰਫ ਇੱਕ ਵਿਚਾਰ ਨਾਲ ਆਰੰਭ ਹੋਈ ਸੀ। ਉਸ ਇੱਕ ਮਾੜੇ ਵਿਚਾਰ ਨੇ ਦੂਜੇ ਮਾੜੇ ਵਿਚਾਰ ਨੂੰ ਆਕਰਸ਼ਿਤ ਕੀਤਾ, ਫ੍ਰੀਕੁਐਂਸੀ ਦਰਜ ਹੋਈ ਅਤੇ ਆਖਰਕਾਰ ਕੋਈ ਚੀਜ਼ ਗੜਬੜ ਹੋ ਗਈ। ਫਿਰ ਜਦੋਂ ਤੁਸੀਂ ਉਸ ਗੜਬੜ ਚੀਜ਼ ਦੇ ਮਾੜੀਆਂ ਭਾਵਨਾਵਾਂ ਮਹਿਸੂਸ ਕਰਕੇ ਪ੍ਰਤੀਕਿਰਿਆ ਕੀਤੀ ਤਾਂ ਤੁਸੀਂ ਉਸੇ ਤਰ੍ਹਾਂ ਦੀਆਂ ਹੋਰ ਮਾੜੀਆਂ ਚੀਜ਼ਾਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰ ਲਿਆ। ਪ੍ਰਤੀਕਿਰਿਆਵਾਂ ਅਕਸਰ ਉਸੇ ਤਰ੍ਹਾਂ ਦੀਆਂ ਜ਼ਿਆਦਾ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਹਨ ਅਤੇ ਲੜੀਬੱਧ ਪ੍ਰਤੀਕਿਰਿਆ ਉਦੋਂ ਤੱਕ ਹੁੰਦੀ ਰਹੇਗੀ ਜਦੋਂ ਕਿ ਤੁਸੀਂ ਆਪਣੀ ਇੱਛਾ ਸ਼ਕਤੀ ਨਾਲ ਆਪਣੇ ਵਿਚਾਰ ਬਦਲ ਕੇ ਖੁਦ ਨੂੰ ਉਸ ਫ੍ਰੀਕੁਐਂਸੀ ਤੋਂ ਹਟਾ ਨਾ ਲਓ। ਤੁਸੀਂ ਆਪਣੇ ਵਿਚਾਰ ਬਦਲ ਕੇ ਆਪਣੀ ਮਨਚਾਹੀ ਚੀਜ਼ਾਂ ਦੀ ਦਿਸ਼ਾ 'ਚ ਮੋੜ ਸਕਦੇ ਹੋ। ਤੁਹਾਨੂੰ ਆਪਣੀਆਂ ਭਾਵਨਾਵਾਂ ਤੋਂ ਇਹ ਜਾਣਕਾਰੀ ਮਿਲ ਜਾਵੇਗੀ ਕਿ ਤੁਸੀਂ ਆਪਣੀ ਫ੍ਰੀਕੁਐਂਸੀ ਬਦਲ ਲਈ ਹੈ। ਆਕਰਸ਼ਣ ਦਾ ਨਿਯਮ ਉਸ ਨਵੀਂ ਫ੍ਰੀਕੁਐਂਸੀ ਨੂੰ ਜਕੜ ਲਵੇਗਾ ਅਤੇ ਉਸ ਦੇ ਅਨੁਰੂਪ ਨਵੀਆਂ ਤਸਵੀਰਾਂ ਤੁਹਾਡੀ ਜ਼ਿੰਦਗੀ 'ਚ ਭੇਜ ਦੇਵੇਗਾ। ਹੁਣ ਤੁਸੀਂ ਆਪਣੀਆਂ ਭਾਵਨਾਵਾਂ ਦਾ ਫਾਇਦਾ ਚੱਕ ਸਕਦੇ ਹੋ ਅਤੇ ਉਹਨਾਂ ਦਾ ਇਸਤੇਮਾਲ ਕਰ ਸਕਦੇ ਹੋ। ਆਪਣੀਆਂ ਮਨਚਾਹੀਆਂ ਚੀਜ਼ਾਂ ਨੂੰ ਹਾਸਲ ਕਰ ਸਕਦੇ ਹੋ।
ਤੁਸੀਂ ਆਪਣੀ ਮਨਚਾਹੀ ਚੀਜ਼ਾਂ ਦੇ ਵਿਚਾਰ ਨੂੰ ਭਾਵਨਾਤਮਕ ਪ੍ਰਬਲਤਾ ਦਾ ਪ੍ਰਯੋਗ ਜ਼ਿਆਦਾ ਸਾਸ਼ਕਤ ਫ੍ਰੀਕੁਐਂਸੀ ਪ੍ਰੇਰਿਤ ਕਰ ਸਕਦੇ ਹੋ ਅਤੇ ਆਪਣੀ ਭਾਵਨਾਵਾਂ ਦਾ ਫਾਇਦਾ ਚੁੱਕ ਸਕਦੇ ਹੋ। ਮਾਈਕਲ ਬੈਕਵਰਥ ਕੀ ਕਹਿੰਦੇ ਆ, ਤੁਸੀਂ ਇਸੇ ਵੇਲੇ ਸਿਹਤਮੰਦ ਮਹਿਸੂਸ ਕਰ ਸਕਦੇ ਹੋ, ਤੁਸੀਂ ਸਮਰਿੱਧ ਮਹਿਸੂਸ ਕਰ ਸਕਦੇ ਹੋ, ਤੁਸੀਂ ਆਪਣੇ ਚਾਰੇ ਪਾਸੇ ਪ੍ਰੇਮ ਮਹਿਸੂਸ ਕਰ ਸਕਦੇ ਹੋ, ਭਲੇ ਹੀ ਉਹ ਤੁਹਾਡੇ ਜੀਵਨ 'ਚ ਨਾ ਹੋਣ। ਸਿੱਟਾ ਇਹ ਹੋਵੇਗਾ ਕਿ ਬ੍ਰਹਿਮੰਡ ਤੁਹਾਡੇ ਅਹਿਸਾਸ ਦੀ ਪ੍ਰਕਿਰਤੀ ਦੇ ਅਨੁਰੂਪ ਬਣ ਜਾਵੇਗਾ। ਬ੍ਰਹਿਮੰਡ ਤੁਹਾਡੇ ਅੰਦਰੂਨੀ ਭਾਵ ਦੀ ਪ੍ਰਕਿਰਤੀ ਦੇ ਅਨੁਰੂਪ ਬਦਲ ਕੇ ਤੁਹਾਡੇ ਸਾਹਮਣੇ ਪ੍ਰਗਟ ਹੋਵੇਗਾ, ਕਿਉਂਕਿ ਤੁਸੀਂ ਉਸੇ ਤਰ੍ਹਾਂ ਹੀ ਮਹਿਸੂਸ ਕਰਦੇ ਹੋ। ਤਾਂ ਤੁਸੀਂ ਇਸ ਵਕਤ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਕੁਝ ਪਲ ਸੋਚੋ ਕਿ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ। ਜੇਕਰ ਤੁਸੀਂ ਓਨਾ ਚੰਗਾ ਮਹਿਸੂਸ ਨਹੀਂ ਕਰਦੇ ਜਿੰਨਾ ਤੁਸੀਂ ਚਾਹੁੰਦੇ ਹੋ, ਤਾਂ ਕੋਸ਼ਿਸ਼ ਕਰਕੇ ਆਪਣੀਆਂ ਭਾਵਨਾਵਾਂ ਨੂੰ ਉੱਪਰ ਚੁੱਕੋ ਅਤੇ ਉਹਨਾਂ 'ਤੇ ਧਿਆਨ ਕੇਂਦਰਿਤ ਕਰੋ। ਜਦੋਂ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਉੱਪਰ ਚੁੱਕਣ ਲਈ ਬੜੀ ਡੂੰਘਾਈ ਨਾਲ ਧਿਆਨ ਕੇਂਦਰਿਤ ਕਰਦੇ ਹੋ ਤਾਂ ਤੁਸੀਂ ਉਹਨਾਂ ਨੂੰ ਪ੍ਰਬਲਤਾ ਨਾਲ ਉੱਪਰ ਚੁੱਕਦੇ ਹੋ। ਇਸ ਦਾ ਇੱਕ ਤਰੀਕਾ ਅੱਖਾਂ ਬੰਦ ਕਰਕੇ ਅੰਦਰਲੀਆਂ ਭਾਵਨਾਵਾਂ 'ਤੇ ਧਿਆਨ ਕੇਂਦਰਿਤ ਕਰਨਾ ਹੈ ਅਤੇ ਫਿਰ 1 ਮਿੰਟ ਤੱਕ ਮੁਸਕਰਾਓ। ਲੀਸਾ ਨਿਕੋਲਸ ਕੀ ਕਹਿੰਦੀ ਹੈ, ਤੁਹਾਡੇ ਵਿਚਾਰ ਤੇ ਭਾਵਨਾਵਾਂ ਤੁਹਾਡੇ ਜੀਵਨ ਦਾ ਨਿਰਮਾਣ ਕਰਦੀਆਂ। ਇਹ ਹਮੇਸ਼ਾ ਇਸੇ ਤਰ੍ਹਾਂ ਨਾਲ ਹੁੰਦਾ ਹੈ ਅਤੇ ਹੁੰਦਾ ਰਹੇਗਾ, ਪੱਕੀ ਗਰੰਟੀ ਹੈ। ਗੁਰਤਾ ਦੇ ਨਿਯਮ ਵਾਂਗ ਹੀ ਆਕਰਸ਼ਣ ਦੇ ਨਿਯਮ 'ਚ ਵੀ ਕਦੇ ਚੂਕ ਨਹੀਂ ਹੁੰਦੀ। ਇਸ ਤਰ੍ਹਾਂ ਕਦੇ ਨਹੀਂ ਹੁੰਦਾ ਕਿ ਗੁਰਤਾ ਦੇ ਨਿਯਮ 'ਚ ਚੂਕ ਹੋਣ ਦੇ ਕਾਰਨ ਤੁਸੀਂ ਸੁਰਾਂ ਨੂੰ ਉੱਡਦਿਆਂ ਦੇਖਿਆ ਹੋਵੇ, ਕਿਉਂਕਿ ਉਸ ਦਿਨ ਸੂਰ 'ਤੇ ਗੁਰਤਾ ਦਾ ਨਿਯਮ ਨਹੀਂ ਲਾਗੂ ਹੋਇਆ ਪਾਇਆ। ਇਸੇ ਤਰ੍ਹਾਂ ਆਕਰਸ਼ਣ ਦੇ ਨਿਯਮ 'ਚ ਵੀ ਕਦੇ ਚੂਕ ਨਹੀਂ ਹੁੰਦੀ। ਜੇਕਰ ਤੁਹਾਡੀ ਜ਼ਿੰਦਗੀ 'ਚ ਕੋਈ ਚੀਜ਼ ਆਉਂਦੀ ਹੈ, ਇਸ ਦਾ ਮਤਲਬ ਇਹ ਹੈ ਕਿ ਤੁਸੀਂ ਲੰਮੇ ਸਮੇਂ ਤੱਕ ਉਸ ਦੇ ਬਾਰੇ ਸੋਚ ਕੇ ਉਸ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਆਕਰਸ਼ਣ ਦਾ ਨਿਯਮ ਦਰੁਸਤ ਹੈ। ਮਾਈਕਲ ਬੇਕਵਰਥ ਕੀ ਕਹਿੰਦੇ ਆ, ਇਸ ਨੂੰ ਹਜ਼ਮ ਕਰ ਪਾਉਣਾ ਔਖਾ ਹੈ, ਲੇਕਿਨ ਜਦੋਂ ਅਸੀਂ ਇਸ ਵਿਚਾਰ ਨੂੰ ਸਵੀਕਾਰ ਕਰਨ ਲੱਗਦੇ ਹਾਂ ਤਾਂ ਇਸ ਦੇ ਪ੍ਰਭਾਵ ਜ਼ਬਰਦਸਤ ਹੁੰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਪੁਰਾਣੇ ਵਿਚਾਰਾਂ ਨੂੰ ਤੁਹਾਡੇ ਜੀਵਨ 'ਚ ਭਾਵੇਂ ਜੋ ਕੀਤਾ ਹੋਵੇ, ਲੇਕਿਨ ਜਾਗਰੂਕਤਾ ਨੂੰ ਬਦਲ ਕੇ ਤੁਸੀਂ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹੋ। ਤੁਹਾਡੇ ਕੋਲ ਹਰ ਚੀਜ਼ ਨੂੰ ਬਦਲਣ ਦੀ ਸ਼ਕਤੀ ਹੈ, ਕਿਉਂਕਿ ਤੁਸੀਂ ਹੀ ਆਪਣੇ ਵਿਚਾਰਾਂ ਨੂੰ ਚੁਣਦੇ ਹੋ, ਤੁਸੀਂ ਹੀ ਆਪਣੀਆਂ ਭਾਵਨਾਵਾਂ ਨੂੰ ਮਹਿਸੂਸ ਕਰਦੇ ਹੋ। ਤੁਸੀਂ ਰਾਹ 'ਚ ਚੱਲਦੇ ਚੱਲਦੇ ਆਪਣੇ ਬ੍ਰਹਿਮੰਡ ਦਾ ਨਿਰਮਾਣ ਕਰਦੇ ਹੋ। ਡਾਕਟਰ ਜੋਬ ਟਾਲਕੀ ਕਹਿੰਦੇ ਆ, ਚੰਗਾ ਮਹਿਸੂਸ ਕਰਨਾ ਸੱਚਮੁੱਚ ਮਹੱਤਵਪੂਰਨ ਹੈ, ਕਿਉਂਕਿ ਇਹ ਚੰਗੀ ਭਾਵਨਾ ਬ੍ਰਹਿਮੰਡ ਨੂੰ ਸੰਕੇਤਾਂ ਵਾਂਗ ਹੋ ਜਾਂਦੀ ਹੈ ਅਤੇ ਤੁਹਾਡੇ ਵੱਲ ਉਸੇ ਵਰਗੀ ਜ਼ਿਆਦਾ ਚੀਜ਼ਾਂ ਨੂੰ ਆਕਰਸ਼ਿਤ ਕਰਨ ਲੱਗਦੀ ਹੈ। ਇਸ ਲਈ ਤੁਸੀਂ ਜਿੰਨਾ ਜ਼ਿਆਦਾ ਮਹਿਸੂਸ ਕਰੋਗੇ, ਤੁਹਾਡੇ ਵੱਲ ਓਨਾ ਹੀ ਜ਼ਿਆਦਾ ਚੰਗੀਆਂ ਚੀਜ਼ਾਂ ਆਕਰਸ਼ਿਤ ਹੋਣਗੀਆਂ, ਜਿਹੜੀਆਂ ਤੁਹਾਨੂੰ ਚੰਗਾ ਮਹਿਸੂਸ ਕਰਾਉਣਗੀਆਂ ਅਤੇ ਲਗਾਤਾਰ ਜ਼ਿਆਦਾਤਰ ਉੱਪਰ ਪਹੁੰਚਾਉਣਗੀਆਂ। ਬੌਬ ਪ੍ਰੋਕਟਰ ਕੀ ਕਹਿੰਦੇ ਆ, ਜੇਕਰ ਤੁਸੀਂ ਨਿਰਾਸ਼ਾ ਮਹਿਸੂਸ ਕਰਦੇ ਹੋ ਤਾਂ ਕਿ ਤੁਸੀਂ ਜ਼ਿਆਦਾ ਖੁਸ਼ ਹੋ ਜਾਓ ਕਿ ਜ਼ਿਆਦਾ ਦੁਖੀ ਹੋ ਜਾਓ, ਇਹ ਤੁਹਾਡੇ ਉੱਪਰ ਡਿਪੈਂਡ ਕਰਦਾ। ਵਧੀਆ ਜਿਹਾ ਗੀਤ ਲਾ ਲਓ ਜਾਂ ਗਾਉਣ ਲੱਗੋ, ਇਸ ਨਾਲ ਤੁਹਾਡੇ ਭਾਵ ਬਦਲ ਜਾਣਗੇ। ਜਾਂ ਕਿਸੇ ਸੋਹਣੀ ਚੀਜ਼ ਬਾਰੇ ਸੋਚੋ, ਬੱਚੇ ਜਾਂ ਕਿਸੇ ਇਹੋ ਜਿਹੇ ਵਿਅਕਤੀ ਬਾਰੇ ਸੋਚੋ ਜਿਸ ਨਾਲ ਤੁਸੀਂ ਸੱਚਾ ਪਿਆਰ ਕਰਦੇ ਹੋ ਅਤੇ ਉਸੇ 'ਤੇ ਧਿਆਨ ਕੇਂਦਰਿਤ ਰੱਖੋ। ਉਸ ਵਿਚਾਰ ਨੂੰ ਸੱਚੀ ਹੀ ਆਪਣੇ ਦਿਮਾਗ 'ਚ ਰੱਖ ਲਓ। ਉਸ ਵਿਚਾਰ ਨੂੰ ਛੱਡ ਕੇ ਕਿਸੇ ਦੂਜੀ ਚੀਜ਼ ਨੂੰ ਦਿਮਾਗ 'ਚ ਆਉਣ ਹੀ ਨਾ ਦਿਓ। ਮੈਂ ਗਰੰਟੀ ਦਿੰਦਾ ਹਾਂ ਕਿ ਤੁਸੀਂ ਵਧੀਆ ਮਹਿਸੂਸ ਕਰਨ ਲੱਗੋਗੇ। ਆਪਣੇ ਕੋਲ ਕੁਝ ਹਟਵੇਂ ਭਾਵਾਂ ਦੀ ਸੂਚੀ ਤਿਆਰ ਰੱਖੋ। ਹਟਵੇਂ ਭਾਵਾਂ ਤੋਂ ਮੇਰਾ ਮਤਲਬ ਇਹੋ ਜਿਹੀਆਂ ਚੀਜ਼ਾਂ ਨਾਲ ਹੈ ਜਿਹੜੀਆਂ ਇੱਕੋ ਹੀ ਘੜੀ 'ਚ ਤੁਹਾਡੀਆਂ ਭਾਵਨਾਵਾਂ ਨੂੰ ਬਦਲ ਸਕਦੀਆਂ, ਜਿਵੇਂ ਸੁਖਮਈ ਯਾਦਾਂ, ਭਾਵੀ ਘਟਨਾਵਾਂ ਦੀਆਂ ਕਲਪਨਾਵਾਂ, ਮੌਜ ਮਸਤੀ ਦੇ ਪਲ, ਸੋਹਣੇ ਪ੍ਰਤੀਕਰਮ ਦ੍ਰਿਸ਼, ਕੋਈ ਪਿਆਰਾ ਵਿਅਕਤੀ, ਤੁਹਾਡਾ ਮਨਭਾਉਂਦਾ ਸੰਗੀਤ। ਫਿਰ ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਗੁੱਸੇ 'ਚ ਹੋ, ਕੁੱਠਤ ਹੋ ਜਾਂ ਚੰਗਾ ਮਹਿਸੂਸ ਨਹੀਂ ਕਰ ਰਹੇ, ਤਾਂ ਫੌਰਨ ਆਪਣੀ ਹਟਵੇਂ ਭਾਵਾਂ ਦੀ ਸੂਚੀ 'ਤੇ ਨਜ਼ਰ ਪਾਓ ਅਤੇ ਉਹਨਾਂ 'ਚੋਂ ਕਿਸੇ ਇੱਕ 'ਤੇ ਧਿਆਨ ਕੇਂਦਰਿਤ ਕਰ ਲਓ। ਵੱਖੋ ਵੱਖ ਮੌਕਿਆਂ 'ਤੇ ਵੱਖੋ ਵੱਖ ਚੀਜ਼ਾਂ ਤੁਹਾਡੇ ਭਾਵਾਂ ਨੂੰ ਬਦਲਣਗੀਆਂ। ਇਸ ਲਈ ਜੇਕਰ ਚੀਜ਼ ਕੰਮ ਨਾ ਕਰੇ ਤਾਂ ਦੂਜੀ ਨੂੰ ਇਸਤੇਮਾਲ ਕਰੋ। ਆਪਣੀ ਫ੍ਰੀਕੁਐਂਸੀ ਨੂੰ, ਆਪਣੇ ਫੋਕਸ ਬਦਲਣ ਲਈ ਜ਼ਰੂਰ 1 ਜਾਂ 2 ਮਿੰਟ ਦਾ ਸਮਾਂ ਲੱਗਦਾ ਹੈ। ਤੁਸੀਂ ਇਸ ਉੱਤੇ ਗੌਰ ਕਰੋ। ਮੈਂ ਉਮੀਦ ਕਰਦਾ ਕਿ ਤੁਹਾਡੀ ਜ਼ਿੰਦਗੀ ਇੱਕ ਦਿਨ ਜ਼ਰੂਰ ਬਦਲੂਗੀ। ਬਹੁਤ ਬਹੁਤ ਧੰਨਵਾਦ ਮੇਰਾ ਇਸ ਐਪੀਸੋਡ ਵਿੱਚ ਸਾਥ ਦੇਣ ਵਾਸਤੇ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਤੁਸੀਂ ਮੇਰੀ ਇਸ ਆਡੀਓ ਬੁੱਕ ਨੂੰ ਸੁਣੋ ਅਤੇ ਆਪਣੀ ਜ਼ਿੰਦਗੀ 'ਚ ਅਪਲਾਈ ਕਰੋ।